ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਜਿਵੇਂ ਕਿ ਗੁਰਬਾਣੀ ਦਾ ਫਰਮਾਨ ਹੈ, ਗੁਰ ਕੀ ਮਤ ਤੂੰ ਲੈ ਏ ਆਨੇ, ਭਗਤ ਬਿਨਾ ਬੋ ਡੁੱਬੇ ਸਿਆਣੇ। ਸੋ ਕਹਿਣ ਤੋਂ ਭਾਵ ਇਹ ਹੈ ਕਿ ਜਿਹੜੇ ਗੁਰਮੁਖ ਗੁਰੂ ਦੀ ਮਤ ਨੂੰ ਧਾਰਨ ਕਰਦੇ ਆ, ਗੁਰੂ ਦੀ ਮਤ 'ਤੇ ਪਹਿਰਾ ਦਿੰਦੇ ਆ, ਗੁਰਮਤ ਦੇ ਧਾਰਨੀ ਆ, ਉਹਨਾਂ ਦੇ ਫਿਰ ਜੀਵਨ ਦੇ ਅੰਦਰ ਅਨੇਕ ਤਰ੍ਹਾਂ ਦੇ ਚਮਤਕਾਰ ਵਰਤਦੇ ਆ। ਪਰ ਜਿਹੜੇ ਗੁਰੂ ਦੀ ਮੱਤ ਤੋਂ ਉਲਟ ਆਪਣੇ ਮਨ ਦੇ ਪਿੱਛੇ ਚੱਲਦੇ ਆ, ਸੋ ਇਹੋ ਜਿਹੜੇ ਪ੍ਰਾਣੀ ਹੁੰਦੇ ਉਹ ਦੁਖੀ ਹੁੰਦੇ ਆ ਅਤੇ ਗੁਰੂ ਦੀ ਕਿਰਪਾ ਦੇ ਪਾਤਰ ਨਹੀਂ ਬਣ ਸਕਦੇ। ਉਹਨਾਂ ਦੇ ਅੰਦਰ ਅਤੇ ਗੁਰੂ ਦੀ ਕਿਰਪਾ ਦੇ ਅੰਦਰ ਦੂਰੀ ਇਸ ਹਿਸਾਬ ਨਾਲ ਹੋ ਜਾਂਦੀ ਜਿਵੇਂ ਧਰਤੀ ਤੋਂ ਅਸਮਾਨ ਦੂਰ ਹੈ। ਸੋ ਇਸੇ ਕਰਕੇ ਭਾਈ ਜਿਹੜੇ ਗੁਰਸਿੱਖ ਹੁੰਦੇ ਆ ਉਹ ਆਪਣੇ ਮਨ ਦੀ ਗੱਲ ਦੇ ਨੂੰ ਕਦੀ ਮੰਨਦੇ ਨਹੀਂ ਆ। ਭਾਵ ਜੋ ਮਨ ਜਿਸ ਗੱਲ 'ਤੇ ਜ਼ੋਰ ਦਿੰਦਾ ਹੈ ਉਸ ਦੇ ਉਲਟ ਗੁਰੂ ਦੀ ਮੱਤ ਦੇ ਧਾਰਨੀ ਹੁੰਦੇ ਆ। ਸੋ ਜਿਹੜੇ ਗੁਰੂ ਦੀ ਮੱਤ ਦੇ ਧਾਰਨੀ ਹੁੰਦੇ ਆ ਉਹ ਹੀ ਕਿਰਪਾ ਦੇ ਪਾਤਰ ਬਣਦੇ ਆ। ਸੋ ਦਾਸ ਅੱਜ ਇਸੇ ਹੀ ਸੰਬੰਧ ਦੇ ਅੰਦਰ ਇੱਕ ਐਸੀ ਘਟਨਾ ਦਾ ਜ਼ਿਕਰ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈ। ਜਿਹੜੇ ਗੁਰਸਿੱਖ ਗੁਰੂ ਦੀ ਮੱਤ ਦੇ ਧਾਰਨੀ ਸੀ ਪਰ ਮਨ ਦੇ ਛਲਾਵੇ ਵਿੱਚ ਨਹੀਂ ਆਏ, ਜਦ ਮਨ ਦੇ ਛਲਾਵੇ ਵਿੱਚ ਨਹੀਂ ਆਏ ਉਹਨਾਂ ਦੇ ਜੀਵਨ ਦੇ ਵਿੱਚ ਇੱਕ ਐਸੀ ਚਮਤਕਾਰ ਘਟਨਾ ਵਾਪਰੀ ਕਿ ਜਿਸ ਨੂੰ ਦੇਖ ਕੇ ਉਹ ਹੈਰਾਨ ਰਹਿ ਗਏ। ਅਤੇ ਇਸ ਘਟਨਾ ਤੋਂ ਸਾਨੂੰ ਇਹ ਵੀ ਸਿੱਖਿਆ ਮਿਲਦੀ ਆ ਕਿ ਗੁਰੂ ਜਿਹੜਾ ਹੈ ਹਮੇਸ਼ਾ ਆਪਣੇ ਗੁਰਸਿੱਖਾਂ ਦੇ ਅੰਗ ਸੰਗ ਰਹਿੰਦਾ ਹੈ। ਸੋ ਜਿਹੜਾ ਵਾਹਿਗੁਰੂ ਸਦਾ ਅੰਗ ਸੰਗ ਹੈ ਉਹ ਤੁਹਾਨੂੰ ਦੇਖਦਾ ਹੈ ਅਤੇ ਤੁਹਾਡੇ ਹਰੇਕ ਕਿਰਿਆ ਕਰਮ ਨੂੰ ਉਹ ਤੱਕਦਾ ਹੈ। ਅਤੇ ਇਸੇ ਕਿਰਿਆ ਕਰਮ ਨੂੰ ਤੱਕ ਕੇ ਅਗਰ ਅਸੀਂ ਉਸ ਨੂੰ ਗੁਰੂ ਦੇ ਮੱਤ ਦੇ ਨਾਲ ਜੋੜ ਲਈਏ ਤਾਂ ਫਿਰ ਭਾਈ ਪਰਮੇਸ਼ਰ ਖੁਸ਼ ਹੋ ਜਾਂਦਾ। ਫਿਰ ਉਹਨਾਂ ਦੇ ਜੀਵਨ ਦੇ ਵਿੱਚ ਐਸੇ ਚਮਤਕਾਰ ਹੁੰਦੇ ਆ ਕਿ ਆਮ ਕਰਕੇ ਜਿਹੜੇ ਗੁਰਸਿੱਖ ਸੱਜਣ ਹੈ ਉਹ ਇਹਨਾਂ ਚਮਤਕਾਰਾਂ ਨੂੰ ਗੁਰੂ ਦੀ ਹੋਂਦ ਦੀ ਜੋ ਗਵਾਹੀ ਹੈ ਉਹ ਪ੍ਰਤੀਤ ਕਰਾਉਂਦੇ ਆ। ਸੋ ਜਿਵੇਂ ਇੱਕ ਹੈ ਨਾ ਕੈਨੇਡਾ ਦੇ ਗੁਰਸਿੱਖ ਵਾ, ਉਹ ਆਪਣੀ ਗੱਲ ਇੱਕ ਵਾਰ ਸਾਂਝੀ ਕਰਦੇ ਸੀਗੇ ਕਿ ਇੱਕ ਵਾਰ ਉਹਨਾਂ ਦੇ ਕਿਸੇ ਮਿੱਤਰ ਦੋਸਤ ਦਾ ਰਿਸ਼ਤੇਦਾਰੀ ਦੇ ਵਿੱਚ ਕਿਸੇ ਦੀ ਵਿਆਹ ਸ਼ਾਦੀ ਸੀ। ਕਹਿੰਦੇ ਜਦੋਂ ਮੈਂ ਅਤੇ ਮੇਰੇ ਘਰੋਂ ਅਸੀਂ ਹੈ ਨਾ ਵਿਆਹ ਸ਼ਾਦੀ 'ਤੇ ਗਏ ਤਾਂ ਅਸੀਂ ਦੇਖਿਆ ਜਦ ਉੱਥੇ ਵਿਆਹ ਸ਼ਾਦੀ ਦੀ ਰੌਣਕ ਜਿਵੇਂ ਪਾਰਟੀਆਂ ਚੱਲਦੀਆਂ ਜਾਂ ਹੋਰ ਕਈ ਚੀਜ਼ਾਂ ਚੱਲਦੀਆਂ। ਖੈਰ ਕਹਿੰਦੇ ਵੀ ਜਿਹੜੇ ਇਹਨਾਂ ਨੂੰ ਦੇਖ ਕੇ ਅਸੀਂ ਇੱਕ ਪਾਸੇ ਬੈਠੇ ਰਹੇ ਕਿਉਂਕਿ ਵਿਆਹ ਸ਼ਾਦੀ ਦਾ ਪ੍ਰੋਗਰਾਮ ਸੀਗਾ। ਪਰ ਮਨ ਦੀ ਚਾਹਨਾ ਇਹ ਸੀਗੀ ਕੋਈ ਗੁਰੂ ਸਿੱਖ ਦਾ ਪਿਆਰਾ ਮਿਲੇ ਜਿਹਦੇ ਨਾਲ ਕੋਈ ਗੁਰਮਤ ਦੀ ਗੱਲ ਧਾਰਨ ਕੀਤੀ ਜਾਵੇ, ਕੋਈ ਗੁਰਮਤ ਦੀ ਨਵੀਂ ਗੱਲ ਨੂੰ ਸੁਣਿਆ ਜਾਵੇ ਤਾਂ ਜੋ ਗੁਰਸਿੱਖੀ ਦੇ ਗੁਰਮਤ ਗਿਆਨ ਦੇ ਵਿੱਚ ਸਾਡਾ ਹੋਰ ਵੀ ਵਾਧਾ ਹੋ ਸਕੇ। ਸੋ ਗੁਰਸਿੱਖ ਦੱਸਦੇ ਸੀਗੇ ਕਿ ਇਸੇ ਹੀ ਵਿਸ਼ੇ ਦੇ ਮਨ ਦੇ ਵਿੱਚ ਚਾਹਨਾ ਹੋਣ ਕਰਕੇ ਅਚਨਚੇਤ ਜਿਸ ਅਸੀਂ ਕੁਰਸੀ ਟੇਬਲ 'ਤੇ ਬੈਠੇ ਸੀਗੇ ਉੱਥੇ ਇੱਕ ਦੋ ਸੱਜਣ ਹੋਰ ਗੁਰਸਿੱਖ ਆ ਕੇ ਬੈਠ ਗਏ। ਸੋ ਉਹਨਾਂ ਦੇ ਨਾਲ ਜਦੋਂ ਕਹਿੰਦੇ ਫਿਰ ਥੋੜ੍ਹੀ ਜਿਹੀ ਵਿਚਾਰ ਗੁਰਮਤ ਦੀ ਹੋਈ ਤਾਂ ਜਿਹਨਾਂ ਨੂੰ ਸੁਣ ਕੇ ਮਨ ਬੜਾ ਗਦਗਦ ਹੋਇਆ, ਬੜਾ ਪ੍ਰਸੰਨ ਹੋਇਆ। ਸੋ ਇਸ ਤਰ੍ਹਾਂ ਜਦ ਇਹ ਵਿਆਹ ਦੇ ਸਮਾਗਮ ਜਿਹੜਾ ਸੀਗਾ ਇਹ ਪੂਰਾ ਹੋਇਆ, ਉਸ ਤੋਂ ਬਾਅਦ ਗੁਰਸਿੱਖ ਕਹਿੰਦੇ ਕਿ ਜਦੋਂ ਅਸੀਂ ਹੈ ਨਾ ਘਰ ਜਾਣ ਲੱਗੇ ਅਤੇ ਅਚਨਚੇਤ ਜਦੋਂ ਕਹਿੰਦੇ ਵੀ ਮੈਂ ਆਪਣੀ ਜਿਹੜੀ ਗੱਡੀ ਸੀ ਗੱਡੀ ਦੇ ਵਿੱਚ ਬੈਠ ਕੇ ਜੋ ਹੀ ਗੱਡੀ ਸਟਾਰਟ ਕੀਤੀ, ਪਰ ਸਟਾਰਟ ਕਰਕੇ ਜੋ ਗੱਡੀ ਟਰਨ ਕਰਨ ਲੱਗਾ ਪਰ ਉੱਥੇ ਇੱਕ ਨਾਲ ਦੀ ਕਿਸੇ ਦੀ ਬੜੀ ਸੁੰਦਰ ਕਾਰ ਗੱਡੀ ਖੜੀ ਸੀ ਅਤੇ ਸਾਡੀ ਗੱਡੀ ਜਿਹੜੀ ਸੀ ਉਸ ਗੱਡੀ ਦੇ ਵਿੱਚ ਜਾ ਕੇ ਥੋੜ੍ਹੀ ਜਿਹੀ ਵੱਜੀ। ਜਦ ਕਹਿੰਦੇ ਉਸ ਗੱਡੀ ਦੇ ਵਿੱਚ ਲੱਗ ਗਈ, ਜਦੋਂ ਕਹਿੰਦੇ ਉਹ ਗੱਡੀ 'ਚ ਸਾਡੀ ਗੱਡੀ ਵੱਜੀ ਅਤੇ ਮੈਂ ਕਹਿੰਦੇ ਯਕਦਮ ਕਾਰ ਰੋਕ ਕੇ ਮੈਂ ਅਚਨਚੇਤ ਗੱਡੀ ਦੇ ਵਿੱਚੋਂ ਕਹਿੰਦੇ ਕੀ ਤੱਕਿਆ ਕਿ ਉਹ ਜਿਹੜੀ ਨਾਲ ਗੱਡੀ ਖੜੀ ਸੀ ਜੇ ਤੇ ਸਾਡੀ ਗੱਡੀ ਵੱਜੀ ਸੀ ਉਸ ਗੱਡੀ ਨੂੰ ਡੈਂਟਿੰਗ ਆ ਗਿਆ ਸੀਗਾ, ਚਿੱਬ ਪੈ ਗਿਆ ਸੀਗਾ। ਜਦ ਕਹਿੰਦੇ ਚਿੱਬ ਪੈ ਗਿਆ ਅਤੇ ਮਨ ਵਿੱਚ ਹੋਇਆ ਵੀ ਭਾਈ ਇਹ ਤਾਂ ਕੰਮ ਖਰਾਬ ਹੋ ਗਿਆ, ਕਾਹਲੀ ਅੱਗੇ ਟੋਏ ਸੀਗੇ ਪਰ ਇਹ ਜਿਹੜੀ ਬੇਧਿਆਨੀ ਗਲਤੀ ਹੋ ਗਈ ਸੀਗੀ, ਹੁਣ ਇਹਦੀ ਪੂਰਤੀ ਕਿਵੇਂ ਕੀਤੀ ਜਾਵੇ। ਖੈਰ ਕਹਿੰਦੇ ਕੈਨੇਡਾ ਦੇ ਕਾਨੂੰਨ ਅਨੁਸਾਰ ਮਨ ਵਿੱਚ ਆਇਆ ਵੀ ਭਾਈ ਹੁਣ ਤਾਂ ਗੱਡੀ ਇੱਥੇ ਰੋਕਣੀ ਪਊਗੀ ਅਤੇ ਜਿਸ ਸ਼ਖਸ ਦੀ ਗੱਡੀ ਖੜੀ ਉਸ ਦਾ ਵੇਟ ਕਰਕੇ ਹੀ ਉਹਦੇ ਨਾਲ ਗੱਲਬਾਤ ਕਰਕੇ ਫਿਰ ਅਸੀਂ ਘਰ ਜਾਵਾਂਗੇ। ਕਹਿੰਦੇ ਜਦੋਂ ਮਨ ਦੇ ਇਹ ਖਿਆਲ ਹੈ ਤਾਂ ਅਸੀਂ ਗੱਡੀ ਰੋਕ ਲਈ। ਜਦ ਗੱਡੀ ਰੋਕ ਲਈ 5-7 ਮਿੰਟ ਗੱਡੀ ਰੋਕਣ ਤੋਂ ਬਾਅਦ ਕੀ ਤੱਕਿਆ ਕਿ ਉਹ ਜਿਹੜੀ ਗੱਡੀ ਖੜੀ ਸੀ ਉਹਦਾ ਮਾਲਕ ਗੱਡੀ ਕੋਲ ਨਹੀਂ ਆਇਆ। ਜਦ ਨਹੀਂ ਆਇਆ ਅਤੇ ਫਿਰ ਕਹਿੰਦੇ ਜਿਹੜਾ ਮਨ ਸੀਗਾ ਉਹ ਯਕਦਮ ਆਪਣੀ ਦੁਨੀਆ ਦੇ ਵਿੱਚ ਸਾਨੂੰ ਲੈ ਗਿਆ। ਤਾਂ ਮਨ ਇਹ ਕਹਿਣ ਲੱਗਾ ਕਿ ਇੱਥੇ ਕਿਹੜੇ ਕੈਮਰੇ ਲੱਗੇ ਆ, ਇਸ ਜਗ੍ਹਾ ਕਾਫੀ ਰਾਤ ਦਾ ਹਨੇਰਾ ਹੋ ਗਿਆ ਹੈਗਾ, ਕੋਈ ਇਸ ਹਨੇਰੇ ਦੇ ਵਿੱਚ ਕਿਸੇ ਨੇ ਇਸ ਘਟਨਾ ਨੂੰ ਨਹੀਂ ਤੱਕਿਆ, ਨਾ ਕੋਈ ਜਾਣਦਾ ਕਿ ਸਾਡੀ ਹੀ ਗੱਡੀ ਇਸ ਗੱਡੀ ਦੇ ਵਿੱਚ ਵੱਜੀ ਆ। ਇਸ ਕਰਕੇ ਹੁਣ ਇਹੋ ਹੀ ਜ਼ਿਆਦਾ ਮਨ ਦੇ ਵਿੱਚ ਉਸ ਚਲਾਕੀ ਹੈਗੀ ਆ ਕਿ ਤੂੰ ਇੱਥੋਂ ਹੁਣ ਗੱਡੀ ਭਜਾ ਕੇ ਘਰ ਨੂੰ ਲੈ ਜਾ। ਉਹ ਫਿਰ ਸੱਜਣ ਦੱਸਦੇ ਸੀਗੇ ਕਿ ਜਦੋਂ ਮਨ ਦੇ ਵਿੱਚ ਇਹ ਵਿਚਾਰ ਬੜਾ ਜ਼ੋਰ ਫੜ ਗਿਆ ਅਤੇ ਫਿਰ ਕਹਿੰਦੇ ਵੀ ਮੈਂ ਆਪਣੀ ਗੱਡੀ ਸਟਾਰਟ ਕੀਤੀ, ਸਟਾਰਟ ਕਰਕੇ ਗੱਡੀ ਜਿਹੜੀ ਸੀ ਉਹ ਘਰ ਲੈ ਗਿਆ। ਜਦ ਆਪਣੀ ਗੱਡੀ ਘਰ ਲੈ ਕੇ ਆਪਣੇ ਕਹਿੰਦੇ ਘਰ ਦੇ ਵਿੱਚ ਮੈਂ ਜਦ ਬੈਠਾ ਕੁਰਸੀ ਉੱਤੇ ਅਤੇ ਫਿਰ ਕਹਿੰਦੇ ਮੇਰੇ ਮਨ 'ਚ ਵਿਚਾਰ ਆਈ ਵੀ ਭਾਈ ਤੂੰ ਗੁਰੂ ਦਾ ਸਿੱਖ ਹੈਗਾ
ਤੈਂ ਕੀ ਕੰਮ ਕੀਤਾ, ਕਿਸੇ ਦੀ ਇੰਨੀ ਸੁੰਦਰ ਗੱਡੀ ਵਿੱਚ ਆਪਣੀ ਗੱਡੀ ਮਾਰ ਦਿੱਤੀ ਆ ਅਤੇ ਉਸ ਗੱਡੀ ਦੇ ਵਿੱਚ ਚਿੱਬ ਪੈ ਗਿਆ, ਡੈਂਟਿੰਗ ਹੋ ਗਈ। ਸੋ ਕਹਿਣ ਤੋਂ ਭਾਵ ਇਹ ਆ, ਕਹਿੰਦੇ ਮਨ ਵਿੱਚ ਬਾਰ-ਬਾਰ ਇਹ ਜ਼ੋਰ ਆਈ ਜਾਵੇ ਕਿ ਤੂੰ ਤਾਂ ਗੁਰੂ ਦਾ ਸਿੱਖ ਕਦਾ, ਤੂੰ ਤਾਂ ਚੋਰੀ ਕਰਕੇ ਉੱਥੋਂ ਨੱਠਾ ਹੈਗਾ। ਅਗਰ ਤੂੰ ਕੁਛ ਟਾਈਮ ਉੱਥੇ ਉਸ ਗੱਡੀ ਦੇ ਮਾਲਕ ਨੂੰ ਮਿਲ ਲੈਂਦਾ ਅਤੇ ਉਹਦੇ ਨਾਲ ਗੱਲਬਾਤ ਕਰ ਲੈਂਦਾ, ਉਹਦਾ ਜੋ ਨੁਕਸਾਨ ਹੋਇਆ ਸੀਗਾ ਉਹਦਾ ਹਰਜਾਨਾ ਭਰ ਜਾਂਦਾ ਅਤੇ ਗੁਰੂ ਦੀਆਂ ਖੁਸ਼ੀਆਂ ਤੇਰੇ ਨਾਲ ਹਮੇਸ਼ਾ ਰਹਿਣੀਆਂ ਸੀ। ਪਰ ਤੂੰ ਇਹ ਜੀਵਨ ਦੇ ਵਿੱਚ ਆਪਣੇ ਮਨ ਦੇ ਪਿੱਛੇ ਲੱਗ ਕੇ ਬਹੁਤ ਵੱਡਾ ਧੋਖਾ ਕੀਤਾ ਅਤੇ ਇਸ ਧੋਖੇ ਦੇ ਵਿੱਚ ਤੂੰ ਬੜੀ ਚੁਸਤ ਚਲਾਕੀ ਦੇ ਨਾਲ ਉੱਥੋਂ ਚੋਰੀ ਦੇਣੀ ਭੱਜ ਗਿਆ। ਇਹ ਜੋ ਕੁਕਰਮ ਜੋ ਤੈਂ ਅੱਜ ਕੀਤਾ ਹੈਗਾ ਇਹ ਨਾ ਬਖਸ਼ਣਯੋਗ ਹੈਗਾ। ਇਸ ਕਰਕੇ ਭਾਈ ਤੈਨੂੰ ਉਸ ਗੱਡੀ ਦੇ ਮਾਲਕ ਦੇ ਕੋਲ ਜ਼ਰੂਰ ਜਾਣਾ ਚਾਹੀਦਾ ਹੈ ਜਿਹਦੇ ਵਿੱਚ ਤੇਰੀ ਗੱਡੀ ਵੱਜੀ ਆ। ਜਦੋਂ ਕਹਿੰਦੇ ਮਨ ਦੇ ਵਿੱਚ ਇਹ ਖਿਆਲ ਪੂਰੇ ਜ਼ੋਰ ਨਾਲ ਆਇਆ ਅਤੇ ਮੈਨੂੰ ਆਪਣੀ ਗਲਤੀ ਦਾ ਪੂਰੀ ਤਰ੍ਹਾਂ ਅਹਿਸਾਸ ਹੋਇਆ ਕਿ ਮੈਂ ਆਪਣੀ ਗਲਤੀ ਕਰ ਗਿਆ ਹੈ, ਫਿਰ ਕਹਿੰਦੇ ਵੀ ਮੈਂ ਫਿਰ ਗੱਡੀ ਦੇ ਵਿੱਚ ਬੈਠਾ, ਗੱਡੀ ਫਿਰ ਆਪਣੀ ਸਟਾਰਟ ਕੀਤੀ ਅਤੇ ਦੁਬਾਰਾ ਉਸੇ ਜਗ੍ਹਾ ਪਹੁੰਚਾ ਜਿੱਥੇ ਮੇਰੀ ਗੱਡੀ ਦੂਸਰੀ ਗੱਡੀ 'ਚ ਵੱਜੀ ਸੀ। ਜਦ ਕਹਿੰਦੇ ਮੈਂ ਉਸ ਗੱਡੀ ਦੇ ਵਿੱਚ ਪਹੁੰਚਾ, ਮੈਂ ਕੀ ਦੇਖਿਆ ਕਿ ਜਿਸ ਗੱਡੀ 'ਚ ਸਾਡੀ ਗੱਡੀ ਵੱਜੀ ਸੀ ਅਤੇ ਉਸ ਗੱਡੀ ਜਿਹੜੀ ਸੀਗੀ ਉੱਥੋਂ ਬਿਲਕੁਲ ਹੈ ਨਹੀਂ ਸੀ। ਮੈਨੂੰ ਇੰਝ ਪ੍ਰਤੀਤ ਹੋਇਆ ਵੀ ਜਿਵੇਂ ਉਸ ਗੱਡੀ ਦਾ ਜਿਹੜਾ ਮਾਲਕ ਸੀਗਾ ਉਹ ਗੱਡੀ ਨੂੰ ਲੈ ਕੇ ਆਪਣੇ ਘਰ ਚਲੇ ਗਿਆ ਹੋਵੇ। ਫਿਰ ਕਹਿੰਦੇ ਵੀ ਮੇਰੇ ਮਨ 'ਚ ਹੈ ਵੀ ਹੋ ਸਕਦਾ ਉਹ ਲਾਗੇ ਛਾਗੇ ਹੋਵੇ ਅਤੇ ਸਾਨੂੰ ਦੇਖ ਕੇ ਉਹ ਫਿਰ ਵਾਪਸ ਆ ਜਾਵੇ। ਕਾਫੀ ਇੰਤਜ਼ਾਰ ਕਰਨ ਤੋਂ ਬਾਅਦ ਜਦੋਂ ਗੱਡੀ ਦਾ ਮਾਲਕ ਕਹਿੰਦੇ ਉੱਥੇ ਨਹੀਂ ਆਇਆ, ਉਸ ਤੋਂ ਬਾਅਦ ਫਿਰ ਗੁਰਸਿੱਖ ਦੱਸਦੇ ਸੀਗੇ ਕਿ ਮੈਂ ਆਲੇ ਦੁਆਲੇ ਜਿਹੜੇ ਘਰ ਸੀਗੇ ਉਹਨਾਂ ਘਰਾਂ ਦੇ ਵਿੱਚ ਜਾ ਕੇ ਕਹਿੰਦੇ ਮੈਂ ਥੋੜ੍ਹਾ ਜਿਹਾ ਪੁੱਛ ਗਿੱਛ ਕੀਤੀ ਵੀ ਇੱਥੇ ਇੱਕ ਗੱਡੀ ਖੜ੍ਹੀ ਸੀ, ਇਸ ਗੱਡੀ ਦਾ ਮਾਲਕ ਤੁਸੀਂ ਦੇਖਿਆ ਵੀ ਕੌਣ ਸੀਗਾ? ਪਰ ਆਲੇ ਦੁਆਲੇ ਦੇ ਜਿੰਨੇ ਘਰਾਂ ਦੇ ਰਹਿਣ ਵਾਲੇ ਵਸਨੀਕ ਸੀ ਸਾਰੇ ਕਹਿਣ ਲੱਗੇ ਕਿ ਸਾਨੂੰ ਨਹੀਂ ਪਤਾ ਵੀ ਇੱਥੇ ਕਿਹਦੀ ਗੱਡੀ ਖੜ੍ਹੀ ਸੀ ਅਤੇ ਕੌਣ ਮਾਲਕ ਸੀਗਾ ਅਤੇ ਕਿੱਥੇ ਚੱਲ ਗਿਆ ਹੈ। ਖੈਰ ਉਹ ਗੁਰਸਿੱਖ ਕਹਿਣ ਲੱਗੇ ਫਿਰ ਮੇਰੇ ਮਨ 'ਚ ਪਛਤਾਵਾ ਹੋਇਆ ਵੀ ਉਹ ਮਾਲਕ ਤਾਂ ਚਲਾ ਗਿਆ ਹੈਗਾ, ਹੁਣ ਕੀ ਕੀਤਾ ਜਾਵੇ? ਇਹ ਗਲਤੀ ਮੇਰੇ ਕੋਲ ਹੋ ਗਈ ਆ, ਮੈਨੂੰ ਚੋਰੀ ਭੱਜ ਕੇ ਨਹੀਂ ਸੀ ਆਉਣਾ ਚਾਹੀਦਾ, ਉਹਦੇ ਨਾਲ ਗੱਲਬਾਤ ਕਰਕੇ ਹੀ ਆਪਣੇ ਘਰ ਆਉਣਾ ਚਾਹੀਦਾ ਸੀ। ਖੈਰ ਉਹ ਗੁਰਸਿੱਖ ਦੱਸਦੇ ਆ ਕਿ ਮੈਂ ਆਪ ਫਿਰ ਉਸ ਨੂੰ ਉਡੀਕ ਕੇ ਜਦ ਉਹ ਨਹੀਂ ਆਇਆ ਅਤੇ ਫਿਰ ਵਾਪਸ ਆਪਣੇ ਘਰ ਖਾਲੀ ਆ ਗਿਆ। ਜਦ ਘਰ ਆ ਕੇ ਕਹਿੰਦੇ ਫਿਰ ਮੈਂ ਗੱਡੀ ਜਿਹੜੀ ਸੀ ਉਹ ਖੜ੍ਹੀ ਕੀਤੀ ਅਤੇ ਜਦ ਕਹਿੰਦੇ ਮੈਂ ਆਪਣੇ ਬੈੱਡਰੂਮ ਦੇ ਵਿੱਚ ਜਾ ਕੇ ਜਦ ਉੱਥੇ ਬੈਠਾ, ਮਨ ਦੇ ਵਿੱਚ ਫਿਰ ਇਹ ਵਿਚਾਰ ਨੇ ਜ਼ੋਰ ਫੜਿਆ ਕਿ ਤੂੰ ਆਪਣੀ ਗਲਤੀ ਨੂੰ ਭੁਗਤਾਉਣ ਵਾਸਤੇ ਵਾਪਸ ਗਿਆ, ਪਰ ਉਹ ਜਿਹੜਾ ਗੱਡੀ ਦਾ ਮਾਲਕ ਸੀਗਾ ਉਹ ਗੱਡੀ ਲੈ ਕੇ ਉੱਥੋਂ ਚੱਲ ਗਿਆ ਸੀਗਾ ਅਤੇ ਤੈਨੂੰ ਨਹੀਂ ਮਿਲਿਆ। ਫਿਰ ਉਹ ਗੁਰਸਿੱਖ ਕਹਿਣ ਲੱਗਾ ਕਿ ਮੇਰੇ ਮਨ ਦੇ ਵਿੱਚ ਪਛਤਾ ਆਇਆ ਅਤੇ ਫਿਰ ਕਹਿੰਦੇ ਵੀ ਮੈਂ ਸੱਚੇ ਪਾਤਸ਼ਾਹ ਅੱਗੇ ਅਰਦਾਸ ਕੀਤੀ ਕਿ ਹੇ ਵਾਹਿਗੁਰੂ, ਹੇ ਪਰਮਾਤਮਾ, ਕਿ ਇਹ ਜਿਹੜੀ ਮੇਰੇ ਤੋਂ ਗਲਤੀ ਹੋ ਗਈ ਸੀ ਕਿ ਮੈਂ ਗੱਡੀ ਮਾਰ ਕੇ ਚੋਰੀ ਭੱਜ ਆਇਆ ਸੀ ਆਪਣੇ ਘਰ, ਇਹ ਗਲਤੀ ਦੀ ਮੈਨੂੰ ਭੁੱਲ ਬਖਸ਼ਾ ਦੇ, ਮੈਂ ਦੁਬਾਰਾ ਇਹੋ ਜਿਹਾ ਕੰਮ ਨਹੀਂ ਕਰਾਂਗਾ। ਕਹਿੰਦੇ ਮੈਂ ਜਦੋਂ ਬਾਰ-ਬਾਰ ਅਰਦਾਸਾਂ ਬੈੱਡ 'ਤੇ ਕਰ ਰਿਹਾ ਸੀਗਾ ਅਤੇ ਉਸ ਤੋਂ ਬਾਅਦ ਕਰਦਾ ਕਹਿੰਦੇ ਵੀ ਮੈਂ ਬੜਾ ਪਛਤਾਤਾਪ ਦੇ ਵਿੱਚ ਫਿਰ ਦੁਬਾਰਾ ਜਿਹੜਾ ਸੀਗਾ ਉਹ ਵਾਹਿਗੁਰੂ ਅੱਗੇ ਅਰਦਾਸ ਬੇਨਤੀ ਕਰਕੇ ਆਪਣੀ ਭੁੱਲ ਬਖਸ਼ਾ ਕੇ ਜਦੋਂ ਕਹਿੰਦੇ ਮੈਂ ਬਿਸਤਰੇ 'ਤੇ ਆਪਣੇ 'ਤੇ ਸੌਂ ਗਿਆ, ਜਦ ਦਿਨ ਚੜ੍ਹਿਆ ਫਿਰ ਕਹਿੰਦੇ ਵੀ ਖੈਰ ਮੈਂ ਆਪਣੇ ਕੰਮਾਂ ਕਾਰਾਂ 'ਤੇ ਜਾਣਾ ਸੀਗਾ। ਦੁਬਾਰਾ ਫਿਰ ਮੈਂ ਤਿਆਰ ਹੋਇਆ, ਜਦ ਤਿਆਰ ਹੋ ਕੇ ਜਦ ਕੰਮ 'ਤੇ ਜਾਣ ਲੱਗਾ ਅਤੇ ਜਿਉਂ ਹੀ ਕਹਿੰਦੇ ਮੈਂ ਤਿਆਰ ਹੋ ਕੇ ਆਪਣੀ ਗੱਡੀ ਦੇ ਕੋਲ ਪਹੁੰਚਾ ਅਤੇ ਕਹਿੰਦੇ ਮੈਂ ਕੀ ਦੇਖਿਆ ਕਿ ਜਿਸ ਜਗ੍ਹਾ ਉਸ ਗੱਡੀ ਦੇ ਵਿੱਚ ਚਿੱਬ ਆਇਆ ਸੀ, ਦੂਸਰੀ ਗੱਡੀ ਦੇ ਵਿੱਚ ਮੇਰੀ ਗੱਡੀ ਵੱਜੀ ਸੀ ਅਤੇ ਬਿਲਕੁਲ ਸੇਮ ਚਿੱਬ ਉਹੋ ਹੀ ਜਿਹੜਾ ਸੀਗਾ ਉਹ ਮੇਰੀ ਗੱਡੀ ਵਿੱਚ ਉੱਥੇ ਮੈਂ ਦੇਖਿਆ ਜਿੱਥੇ ਉਹ ਗੱਡੀ ਨੂੰ ਚਿੱਬ ਪਿਆ ਸੀਗਾ। ਲੇਕਿਨ ਹੈਰਾਨੀ ਦੀ ਗੱਲ ਇਹ ਸੀਗੀ ਕਿ ਮੇਰੀ ਗੱਡੀ ਵਿੱਚ ਤਾਂ ਬਿਲਕੁਲ ਕੋਈ ਚਿੱਬ ਨਹੀਂ ਸੀਗਾ, ਕੋਈ ਇਸ ਤਰ੍ਹਾਂ ਦਾ ਕੋਈ ਡੈਂਟਿੰਗ ਨਹੀਂ ਸੀਗੀ, ਲੇਕਿਨ ਉਸ ਗੱਡੀ ਦੀ ਡੈਂਟਿੰਗ ਮੇਰੀ ਗੱਡੀ ਵਿੱਚ ਕਿਵੇਂ ਤਬਦੀਲ ਹੋ ਗਈ? ਕਹਿੰਦੇ ਵੀ ਮੈਂ ਦੇਖ ਕੇ ਹੈਰਾਨ ਸੀਗਾ। ਪਰ ਫਿਰ ਕਹਿੰਦੇ ਮੈਨੂੰ ਸਮਝ ਆਇਆ ਵੀ ਅਸਲ ਦੇ ਵਿੱਚ ਕੀ ਸੀਗਾ ਕਿ ਮੈਂ ਜਦ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਅੱਗੇ ਅਰਦਾਸ ਕੀਤੀ ਸੀ ਅਤੇ ਇਹ ਅਰਦਾਸ ਦਾ ਫਲ ਸਾਰੀ ਰਾਤ ਦਾ ਇਹ ਨਿਕਲਿਆ ਸੀਗਾ ਕਿ ਉਸ ਗੱਡੀ ਨੂੰ ਜਿਹੜਾ ਚਿੱਬ ਪਿਆ ਸੀਗਾ ਉਹ ਚਿੱਬ ਬਿਲਕੁਲ ਠੀਕ ਹੋ ਗਿਆ ਅਤੇ ਲੇਕਿਨ ਉਹ ਚਿੱਬ ਜਿਹੜਾ ਸੀਗਾ ਮੇਰੀ ਗੱਡੀ ਦੇ ਵਿੱਚ ਟਰਾਂਸਫਰ ਹੋ ਗਿਆ ਅਤੇ ਮੇਰੀ ਗੱਡੀ ਨੂੰ ਚਿੱਬ ਪੈ ਗਿਆ ਹੈਗਾ। ਸੋ ਕਹਿੰਦੇ ਵੀ ਇਹ ਜਿਹੜੀ 11 ਕਰਾਮਾਤ ਮੈਂ ਆਪਣੇ ਅੱਖੀਂ ਆਪਣੀ ਗੱਡੀ ਦੇ ਵਿੱਚ ਦੇਖੀ ਸੀ, ਜਿਸ ਨੂੰ ਮੈਂ ਦੇਖ ਕੇ ਚਕਿਤ ਰਹਿ ਗਿਆ ਸੀਗਾ। ਪਰ ਮਨ ਵਿੱਚ ਕਹਿੰਦੇ ਮੈਂ ਖੁਸ਼ ਵੀ ਬਹੁਤ ਹੋਇਆ। ਖੁਸ਼ ਇਸ ਕਰਕੇ ਹੋਇਆ ਕਿ ਮੈਨੂੰ ਵਾਹਿਗੁਰੂ ਦੀ ਹਾਜ਼ਰੀ ਪ੍ਰਤੀਤ ਹੋਈ ਕਿ ਤੇਰਾ ਗੁਰੂ ਤਾਂ ਸਦਾ ਅੰਗ ਸੰਗ ਹੈ, ਉਹ ਤਾਂ ਤੇਰੀ ਇੱਕ ਪਲ ਦੀ ਖਬਰ ਰੱਖਦਾ ਕਿ ਤੈਂ ਕੀ ਕੀਤਾ। ਪਰ ਫਿਰ ਵੀ ਕਹਿੰਦੇ ਜਿਹੜਾ ਆਦਮੀ ਭੁੱਲਿਆ ਹੋਇਆ ਅਗਰ ਸ਼ਾਮ ਨੂੰ ਘਰ ਵਾਪਸ ਆ ਜਾਵੇ ਤਾਂ ਫਿਰ ਗੁਰੂ ਜਿਹੜਾ ਹੈ ਉਸ ਨੂੰ ਆਪਣੇ ਗਲ ਦੇ ਨਾਲ ਲਾ ਲੈਂਦਾ ਹੈ। ਸੋ ਕਹਿੰਦੇ ਇਸੇ ਤਰ੍ਹਾਂ ਹੋਇਆ ਸੀਗਾ ਕਿ ਜਦੋਂ ਮੈਨੂੰ ਆਪਣੀ ਜਿਹੜੀ ਇਹ ਭੁੱਲ ਸੀ ਇਸ ਦਾ ਪਛਤਾਪ ਹੋਇਆ ਸੀਗਾ, ਪਰ ਮੈਂ ਉਸ ਮਾਲਕ ਕੋਲ ਗਿਆ ਸੀਗਾ, ਮੈਨੂੰ ਨਹੀਂ ਮਿਲਿਆ। ਲੇਕਿਨ ਵਾਪਸ ਘਰ ਆ ਕੇ ਮੈਂ ਦੁਬਾਰਾ ਜਦ ਗੁਰੂ ਦੇ ਚਰਨਾਂ ਦੇ ਵਿੱਚ ਫੇਰ ਅਰਦਾਸਾਂ ਕੀਤੀਆਂ ਸੀਗਾ ਕਿ ਜਿਹੜੀ ਮੇਰੇ ਤੋਂ ਗਲਤੀ ਹੋ ਗਈ ਆ, ਜੋ ਭੁੱਲ ਹੋ ਗਈ, ਇਸ ਨੂੰ ਬਖਸ਼ ਦਿੱਤਾ ਜਾਵੇ। ਅਤੇ ਗੁਰੂ ਨੇ ਦੇਖੋ ਕਿਵੇਂ ਕਹਿੰਦੇ ਉਹੀ ਸਜ਼ਾ ਜਿਹੜਾ ਡੈਂਟਿੰਗ ਦੀ ਸੀ ਉਹ ਮੇਰੀ ਗੱਡੀ ਵਿੱਚ ਪਾ ਕੇ ਅਤੇ ਕਹਿੰਦੇ ਵੀ ਮੈਨੂੰ ਇਹ ਜੋ
ਪ੍ਰਤੀਤੀ ਇਹ ਵੀ ਕਰਾਤੀ ਹੈਗੀ ਆ ਕਿ ਉਹਦਾ ਜੋ ਨੁਕਸਾਨ ਹੋਇਆ ਸੀ ਉਹਦਾ ਨੁਕਸਾਨ ਠੀਕ ਹੋ ਗਿਆ, ਪਰ ਇਹ ਨੁਕਸਾਨ ਹੁਣ ਤੈਨੂੰ ਦੇਣਾ ਪੈਣਾ ਹੈਗਾ। ਲੇਕਿਨ ਹੈਰਾਨੀ ਦੀ ਗੱਲ ਇਹ ਆ ਕਿ ਇਹੋ ਜਿਹੇ ਜਿਹੜੇ ਚਮਤਕਾਰ ਜਾਂ ਕੌਤਕ ਉਹਨਾਂ ਗੁਰਸਿੱਖਾਂ ਦੇ ਨਾਲ ਹੀ ਹੁੰਦੇ ਆ ਜਿਹੜੇ ਗੁਰੂ ਸਿੱਖ ਦੁਬਾਰਾ ਗੁਰੂ ਦੀ ਚਰਨਾਂ ਵਿੱਚ ਆ ਕੇ ਆਪਣੀ ਭੁੱਲ ਬਖਸ਼ਾ ਲੈਂਦੇ ਆ। ਸੋ ਦਾਸ ਇੰਨੀਆਂ ਹੀ ਬੇਨਤੀਆਂ ਕਰਦਾ ਹੋਇਆ ਖਿਮਾ ਦਾ ਜਾਚਕ ਵਾ ਜੀ, ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਸੋ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।